ਤੇ ਫਿਰ ਉਹ ਬੰਦਾ ਸੋਚਦਾ, ਫਿਰ ਉਹ ਪਛਤਾਵਾ ਸ਼ੁਰੂ ਹੋ ਜਾਂਦਾ, ਜਿਹਦਾ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਇਨਸਾਨ ਫਿਰ ਪਛਤਾਵਿਆਂ ਦੀ ਜ਼ਿੰਦਗੀ ਵੀ ਗੁਜ਼ਾਰਨਾ ਸ਼ੁਰੂ ਕਰ ਦਿੰਦਾ। ਕਿਉਂਕਿ ਜਿਹੜੀ ਜਾਇਦਾਦ ਵਿਕ ਜਾਂਦੀ ਜੇ ਨਾ, ਓਨੀ ਜਾਇਦਾਦ ਦੁਬਾਰਾ ਨਹੀਂ ਜੇ ਬਣਦੀ ਕਿਸੇ ਸੂਰਤ 'ਤੇ ਵੀ। ਆਪਣੀਆਂ ਜ਼ਰੂਰਤਾਂ ਵਾਸਤੇ ਜਾਇਦਾਦਾਂ ਵੇਚਦੇ ਜੇ, ਉਹਨਾਂ ਦੀਆਂ ਨਾ ਤਾਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਜੇ ਔਰ ਨਾ ਹੀ ਜਾਇਦਾਦ ਬਣਦੀ ਜੇ। ਤੇ ਫਿਰ ਇਨਸਾਨ ਨੂੰ ਉਹ ਜਾਇਦਾਦ ਯਾਦ ਆਉਂਦੀ ਹੈ ਕਿ ਜਿਹੜੀ ਵਿਰਾਸਤ ਦੀ ਸ਼ਕਲ ਵਿੱਚ ਮਾਂ ਬਾਪ ਆ ਜਾਏਗਾ ਆਪਣੀ ਗਰਜ਼ ਲੈ ਕੇ ਕਿ ਮੈਨੂੰ ਇੰਨੇ ਪੈਸਿਆਂ ਦੀ ਜ਼ਰੂਰਤ ਹੈ ਤੇ ਮੇਰੀ ਜਨਾਬ ਮਦਦ ਕਰੋ। ਤਕਸੀਮ ਇਸ ਤਰ੍ਹਾਂ ਨਾ ਕਰੀਏ, ਇਹਨੂੰ ਵੇਚੀਏ ਤੇ ਇਹਦੇ ਕੋਲ ਜਾਨ ਛੁਡਾਈਏ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਅੱਲਾਹ ਤਾਲਾ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਡੇਰੇ ਪਾ ਦੇਵੇ ਔਰ ਤੁਹਾਡੇ ਚਿਹਰੇ ਹਰ ਵਕਤ ਇਸ ਤਰ੍ਹਾਂ ਹੀ ਮੁਸਕਰਾਉਂਦੇ ਰਹਿਣ, ਹੱਸਦੇ ਰਹਿਣ। ਆਮੀਨ ਸੁਮ ਆਮੀਨ। ਦੋਸਤੋ, ਅੱਜ ਮੈਂ ਜਿਸ ਮੌਜੂ ਦੇ ਉੱਤੇ ਗੱਲ ਕਰਨੀ ਚਾਹ ਰਿਹਾ, ਉਹ ਮੌਜੂ ਬੜਾ ਹਸਾਸ ਔਰ ਬੜਾ ਸਮਝਣ ਵਾਲਾ ਹੈ। ਇਸ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਆ ਜੇ। ਹੋ ਸਕਦਾ ਤੁਹਾਡੇ ਕੋਲੋਂ ਵੀ ਉਹ ਗਲਤੀ ਹੋ ਰਹੀ ਹੋਵੇ, ਲੇਕਿਨ ਗਲਤੀ ਕਰਨ ਤੋਂ ਸ਼ਾਇਦ ਤੁਸੀਂ ਬਚ ਜਾਵੋ ਔਰ ਜਿਹੜਾ ਪਛਤਾਵਾ ਤੁਹਾਡਾ ਰਸਤਾ ਤੱਕ ਰਿਹਾ, ਉਹ ਹੋ ਸਕਦਾ ਪਛਤਾਵਾ ਤੁਹਾਨੂੰ ਇਹ ਗੱਲ ਸੁਣ ਕੇ ਨਾ ਹੋਵੇ ਔਰ ਸਾਰੀ ਜ਼ਿੰਦਗੀ ਤੁਸੀਂ ਉਸ ਪਛਤਾਵੇ ਤੋਂ ਬਚ ਜਾਵੋ। ਸਾਡੇ ਚੈਨਲ 'ਤੇ ਨਵੇਂ ਆਉਣ ਵਾਲੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ, ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤਾਂ ਦੋਸਤੋ, ਗੱਲ ਬੜੀ ਸੀਰੀਅਸ ਹੈ, ਲੇਕਿਨ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਮੈਨੂੰ ਹਾਸਾ ਵੀ ਆ ਰਿਹਾ ਹੈ ਕੁਛ ਗੱਲਾਂ ਸੋਚ ਕੇ, ਕਿਉਂਕਿ ਮੈਂ ਇਸ ਤਰ੍ਹਾਂ ਦੇ ਮਾਮਲਾਤ ਖੁਦ ਦੇਖ ਚੁੱਕਿਆ ਵਾਂ ਔਰ ਉਹ ਸਾਰੇ ਮਾਮਲਾ ਦੇਖਣ ਤੋਂ ਬਾਅਦ ਹੀ ਮੈਂ ਤੁਹਾਡੇ ਨਾਲ ਗੁਫ਼ਤਗੂ ਕਰ ਰਿਹਾ ਵਾਂ। ਦੋਸਤੋ, ਇਹ ਗੱਲ ਇਸ ਤਰ੍ਹਾਂ ਹੈ ਕਿ ਅਕਸਰ ਘਰਾਂ 'ਚ ਦੇਖਣ ਵਿੱਚ ਆਇਆ ਹੈ ਕਿ ਜਿਸ ਵਕਤ ਘਰ ਦਾ ਸਰਬਰਾਹ, ਬਾਪ, ਦਾਦਾ ਜਾਂ ਕੋਈ ਵੀ ਐਸਾ ਫਰਦ ਜਿਹੜਾ ਘਰ ਦਾ ਵੱਡਾ ਵਡੇਰਾ ਹੁੰਦਾ ਹੈ ਤੇ ਨੌਜਵਾਨ ਜਿਹੜੀ ਉਹਦੀ ਔਲਾਦ ਹੁੰਦੀ ਹੈ, ਪੁੱਤਰ ਹੋਣ ਜਾਂ ਪੋਤਰੇ ਹੋਣ, ਉਹਨਾਂ ਤੋਂ ਹਰ ਵਕਤ ਡਰਦਾ ਹੈ। ਕਿਸ ਗੱਲ ਤੋਂ? ਕਿ ਉਹ ਗਾਹੇ ਬਗਾਏ ਚਹਿਮਗੋਈਆਂ ਇਹ ਕਰਦੇ ਰਹਿੰਦੇ ਨੇ ਕਿ ਕਦੋਂ ਅੱਬੇ ਨੇ ਦੁਨੀਆ ਤੋਂ ਜਾਣਾ ਹੈ, ਕਦੋਂ ਦਾਦੇ ਨੇ ਜਾਣਾ ਹੈ ਤੇ ਅਸੀਂ ਜਾਇਦਾਦ ਦੇ ਵਾਰਸ ਬਣਨਾ ਹੈ ਔਰ ਜਾਇਦਾਦ ਦੇ ਵਾਰਸ ਬਣਾਂਗੇ ਹੀ ਤੇ ਫਿਰ ਹੀ ਅਸੀਂ ਇਹ ਜਾਇਦਾਦ ਵੇਚ ਸਕਦੇ ਹਾਂ, ਵਰਨਾ ਉਸ ਤੋਂ ਪਹਿਲਾਂ ਤਾਂ ਨਹੀਂ ਵਿਕ ਸਕਦੀ। ਇਹ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਇਨਸਾਨ ਦੇ ਉਦੋਂ ਜਦੋਂ ਉਹ ਘਰ ਦਾ ਕੋਈ ਵੱਡਾ ਵਡੇਰਾ ਹੋ ਜਾਂਦਾ ਜਾਂ ਇਸ ਜਗ੍ਹਾ 'ਤੇ ਪਹੁੰਚ ਜਾਂਦਾ ਹੈ ਕਿ ਹਰ ਵਕਤ ਉਹ ਮੌਤ ਦਾ ਇੰਤਜ਼ਾਰ ਕਰਦਾ ਹੈ, ਕਿਉਂਕਿ ਮੌਤ ਹਰ ਇਨਸਾਨ ਦੇ ਉੱਤੇ ਆਉਣੀ ਹੈ, ਚਾਹੇ ਜਵਾਨੀ 'ਚ ਆ ਜਾਏ, ਬੁਢਾਪੇ 'ਚ ਆ ਜਾਏ ਜਾਂ ਬਚਪਨੇ 'ਚ ਆ ਜਾਏ ਜਾਂ ਪੈਦਾ ਹੁੰਦਿਆਂ ਹੀ ਆ ਜਾਵੇ। ਇਹਦਾ ਵਕਤ ਮੁਕਰਰ ਹੈ, ਅੱਲਾਹ ਤਾਲਾ ਨੇ ਮੁਕਰਰ ਕੀਤਾ ਹੈ, ਲੇਕਿਨ ਇਨਸਾਨ ਹਰ ਵਕਤ ਇਸ ਤਰ੍ਹਾਂ ਹੀ ਸੋਚਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ, ਜਿਸ ਤਰ੍ਹਾਂ ਕੋਈ ਘਰ ਦਾ ਵੱਡਾ ਵਡੇਰਾ ਵਾਰਸ, ਜਾਇਦਾਦ ਦਾ ਵਾਰਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਆਪਸ ਵਿੱਚ ਭੈਣਾਂ ਭਾਈ ਬੈਠ ਕੇ ਜਦੋਂ ਵੰਡੀਆਂ ਪਾਉਂਦੇ ਨੇ ਤੇ ਉਹਨਾਂ ਦੀ ਹਰ ਮੁਮਕਿਨ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਸ ਜਾਇਦਾਦ ਨੂੰ ਤਕਸੀਮ ਇਸ ਤਰ੍ਹਾਂ ਨਾ ਕਰੀਏ, ਇਹਨੂੰ ਵੇਚੀਏ ਤੇ ਇਹਦੇ ਕੋਲ ਜਾਨ ਛੁਡਾਈਏ। ਇਸ ਤਰ੍ਹਾਂ ਸੋਚਦੇ ਨੇ, ਲੇਕਿਨ ਇਹ ਸੋਚ ਉਹਨਾਂ ਦੀ ਗਲਤ ਹੁੰਦੀ ਹੈ ਔਰ ਉਹ ਤਸਲੀਮ ਕਰ ਲੈਂਦੇ ਨੇ ਇਸ ਚੀਜ਼ ਨੂੰ ਜਦੋਂ ਕੁਛ ਵਕਤ ਗੁਜ਼ਰ ਜਾਂਦਾ, ਕਿਉਂਕਿ ਹੁੰਦਾ ਮੁਮਕਿਨ ਇਸ ਤਰ੍ਹਾਂ ਹੈ, ਹਰ ਮੁਮਕਿਨ ਤਰੀਕਾ ਕਰਨ ਤੋਂ ਬਾਅਦ ਜਦੋਂ ਜਾਇਦਾਦ ਵਿਕ ਜਾਂਦੀ ਹੈ, ਉਹਦੀਆਂ ਵੰਡੀਆਂ ਪੈਂਦੀਆਂ ਨੇ, ਜਿਹਦਾ ਜੋ ਹਿੱਸਾ ਹੁੰਦਾ ਉਹ ਜਦੋਂ ਲੈ ਲੈਂਦਾ ਅਤੇ ਉਸ ਤੋਂ ਬਾਅਦ ਫਿਰ ਅਗਲਾ ਕੰਮ ਸ਼ੁਰੂ ਹੋ ਜਾਂਦਾ। ਉਹ ਕੰਮ ਸ਼ੁਰੂ ਇਹ ਹੁੰਦਾ ਕਿ ਮਤਲਬ ਮੇਰਾ ਹਿੱਸਾ ਜਿਹੜਾ ਬਣਿਆ ਅਤੇ ਮੇਰਾ ਕੋਈ ਰਿਸ਼ਤੇਦਾਰ, ਕੋਈ ਦੋਸਤ ਕਰੀਬੀ ਆ ਜਾਏਗਾ ਆਪਣੀ ਗਰਜ਼ ਲੈ ਕੇ ਕਿ ਮੈਨੂੰ ਇੰਨੇ ਪੈਸਿਆਂ ਦੀ ਜ਼ਰੂਰਤ ਹੈ ਅਤੇ ਮੇਰੀ ਜਨਾਬ ਮਦਦ ਕਰੋ ਅਤੇ ਮੈਂ ਤੁਹਾਨੂੰ ਮਹੀਨੇ ਬਾਅਦ 2 ਮਹੀਨੇ ਬਾਅਦ ਦੇ ਦਿਆਂਗਾ। ਅਤੇ ਉਹ ਆਪਣੀ ਗਰਜ਼ ਪੂਰੀ ਕਰਕੇ ਲੈ ਜਾਂਦਾ। ਹੋਰ ਕੋਈ ਰਿਸ਼ਤੇਦਾਰ ਆਉਂਦਾ ਅਤੇ ਉਹ ਆਪਣੀ ਗਰਜ਼ ਪੂਰੀ ਕਰਕੇ ਲੈ ਜਾਂਦਾ ਔਰ
ਮੈਂ ਜਿਸ ਗਰਜ਼ ਦੇ ਨਾਲ ਆਪਣਾ ਹਿੱਸਾ ਲੈ ਆਉਂਦਾ, ਮੇਰੀ ਉਹ ਗਰਜ਼ ਪੂਰੀ ਨਹੀਂ ਹੁੰਦੀ, ਕਿਉਂਕਿ ਪੈਸੇ ਦੇ ਵੰਡ ਕਰਦੇ ਨੇ। ਉਸ ਤੋਂ ਬਾਅਦ ਮੇਰਾ ਅਗਲਾ ਜਿਹੜਾ ਕੰਮ ਹੈ ਉਹ ਇਹ ਸ਼ੁਰੂ ਹੋ ਜਾਂਦਾ ਕਿ ਮੈਂ ਕਿਰਾਇਆਂ ਤੇ ਖੱਜਲ ਹੋਣਾ ਸ਼ੁਰੂ ਹੋ ਜਾਂਦਾ। ਇਹ ਮੈਂ ਦਾ ਲਫ਼ਜ਼ ਮੈਂ ਇਸ ਲਈ ਇਸਤੇਮਾਲ ਕਰ ਰਿਹਾ ਕਿ ਹੋ ਸਕਦਾ ਕਿਸੇ ਨੂੰ ਇਹ ਚੰਗਾ ਨਾ ਲੱਗੇ ਕਿ ਮੈਂ ਸ਼ਾਇਦ ਕਿਸੇ ਦੂਸਰੇ ਦੇ ਉੱਤੇ ਤਨਕੀਦ ਕਰ ਰਿਹਾ, ਲੇਕਿਨ ਮੈਂ ਤਨਕੀਦ ਨਹੀਂ, ਇਹ ਸਮਝਾਉਣ ਦੀ ਗੱਲ ਕਰ ਰਿਹਾ ਕਿ ਜਿਹੜੇ ਲੋਕੀ ਮੇਰੇ ਵੀਡੀਓ ਦੇਖ ਰਹੇ ਨੇ ਉਹ ਇਹ ਗੱਲ ਸਮਝ ਜਾਣ ਔਰ ਸੋਚ ਲੈਣ ਕਿ ਗੱਲ ਮੈਂ ਜਿਹੜੀ ਕਰ ਰਿਹਾ ਉਹ ਹਕੀਕਤ ਹੈ ਵੇ ਕਿ ਨਹੀਂ। ਤਾਂ ਦੋਸਤੋ, ਅਕਸਰ ਹੁੰਦਾ ਇਸ ਤਰ੍ਹਾਂ ਹੀ ਹੈ ਕਿ ਜਦੋਂ ਜਾਇਦਾਦ ਵਿਕ ਜਾਂਦੀ ਹੈ ਤੇ ਲੋਕੀ ਫਿਰ ਕਿਰਾਏ 'ਤੇ ਜਦੋਂ ਜਾਂਦੇ ਨੇ, ਜਦੋਂ ਕਿਰਾਏਦਾਰ ਕਿਸੇ ਦੇ ਬਣਦੇ ਨੇ ਤੇ ਮਾਲਕ ਮਕਾਨ ਜਿਹੜਾ 25 ਤਰੀਕ ਨੂੰ ਕਹਿਣਾ ਸ਼ੁਰੂ ਹੋ ਜਾਂਦਾ ਹੈ ਕਿ ਜਵਾਨੋ ਤੇ ਤਗੜੇ ਹੋ ਜਾਓ, ਮਹੀਨਾ ਪੂਰਾ ਹੋ ਗਿਆ ਜੇ ਤੇ ਕਿਰਾਇਆ ਤਰੋ। ਕੁਛ ਉਹਨੇ ਐਡਵਾਂਸ ਲਿਆ ਹੁੰਦਾ ਔਰ ਬਕਾਇਆ ਉਹ ਤਕਾਜ਼ਾ ਕਰਦਾ ਰਹਿੰਦਾ ਹਰ ਮਹੀਨੇ ਕਿਰਾਏ ਦਾ। ਜਦੋਂ ਕਿਰਾਇਆ ਪੂਰਾ ਨਹੀਂ ਹੁੰਦਾ ਤੇ ਫਿਰ ਇਨਸਾਨ ਨੂੰ ਉਹ ਜਾਇਦਾਦ ਯਾਦ ਆਉਂਦੀ ਹੈ ਕਿ ਜਿਹੜੀ ਵਿਰਾਸਤ ਦੀ ਸ਼ਕਲ ਵਿੱਚ ਮਾਂ ਬਾਪ ਛੱਡ ਕੇ ਜਾਂਦੇ ਨੇ ਉਹਨਾਂ ਵਾਸਤੇ, ਕਿ ਉਹ ਵਿਕ ਗਈ ਹੁੰਦੀ ਹੈ। ਉਹਦੇ ਵਿੱਚ ਰਹਿੰਦਿਆਂ ਨਾ ਤਾਂ ਕੋਈ ਕਿਰਾਏ ਦਾ ਤਕਾਜ਼ਾ ਕਰਦਾ ਤੇ ਨਾ ਹੀ ਕੋਈ ਹੀਲੇ ਬਹਾਨੇ ਕਰਦਾ ਤੇ ਨਾ ਹੀ ਇਹ ਪਰੇਸ਼ਾਨੀਆਂ ਆਉਂਦੀਆਂ ਨੇ। ਤੇ ਫਿਰ ਉਹ ਬੰਦਾ ਸੋਚਦਾ, ਫਿਰ ਉਹ ਪਛਤਾਵਾ ਸ਼ੁਰੂ ਹੋ ਜਾਂਦਾ, ਜਿਹਦਾ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਇਨਸਾਨ ਫਿਰ ਪਛਤਾਵਿਆਂ ਦੀ ਜ਼ਿੰਦਗੀ ਵੀ ਗੁਜ਼ਾਰਨਾ ਸ਼ੁਰੂ ਕਰ ਦਿੰਦਾ। ਉਹ ਇਹੀ ਪਛਤਾਵੇ ਹੁੰਦੇ ਨੇ ਕਿ ਜਦੋਂ ਕਿਰਾਏ ਦੀ ਜਗ੍ਹਾ ਦੇ ਉੱਤੇ ਰਹਿੰਦਾ ਬੰਦਾ ਤੇ ਕਿਰਾਇਆਂ ਦੇ ਉੱਤੇ ਰੁਲਦਾ ਖੁੱਲਦਾ ਤੇ ਫਿਰ ਉਹਨੂੰ ਉਹ ਗੱਲਾਂ ਯਾਦ ਆਉਂਦੀਆਂ ਨੇ ਕਿ ਜਿਹੜੇ ਮਾਂ-ਬਾਪ ਮੇਰੇ ਵਿਰਾਸਤੀ ਜਾਇਦਾਦ ਛੱਡ ਗਏ ਸਨ, ਉਹ ਮੇਰੇ ਵਾਸਤੇ ਬਿਹਤਰ ਸੀ। ਉਹਨੂੰ ਵੇਚ ਕੇ ਤੇ ਮੈਂ ਆਪਣਾ ਬਹੁਤ ਵੱਡਾ ਨੁਕਸਾਨ ਕੀਤਾ, ਕਿਉਂਕਿ ਜਿਹੜੀ ਜਾਇਦਾਦ ਵਿਕ ਜਾਂਦੀ ਜੇ ਨਾ, ਉਨੀ ਜਾਇਦਾਦ ਦੁਬਾਰਾ ਨਹੀਂ ਜੇ ਬਣਦੀ ਕਿਸੇ ਸੂਰਤ 'ਤੇ ਵੀ। ਔਰ ਜਿਹੜਾ ਬੰਦਾ ਸੋਚਦਾ ਕਿ ਮੈਂ ਬਣਾ ਲਾਂਗਾ, ਉਹ ਗਲਤ ਸੋਚਦਾ ਜੇ। ਹਾਂ, ਉਹ ਬੰਦਾ ਸੋਚ ਸਕਦਾ ਹੈ ਕਿ ਜਿਹਦਾ ਬਿਜ਼ਨਸ ਬੜਾ ਹੈ, ਜਿਹੜਾ ਬਿਜ਼ਨਸਮੈਨ ਹੈ, ਜਿਹਦੇ ਕੋਲ ਸਰਮਾਇਆ ਅੱਗੇ ਹੀ ਬੜਾ ਜ਼ਿਆਦਾ ਹੈ, ਤੇ ਉਹ ਇਹ ਸੋਚਦਾ ਹੈ ਕਿ ਮੈਂ ਚਲੋ ਇਹ ਮਕਾਨ ਵੇਚ ਕੇ ਰੋਜ਼ ਦੇ ਜਿਹੜੇ ਫੱਡੇ ਨੇ, ਪਰੇਸ਼ਾਨੀਆਂ ਨੇ, ਉਹ ਖ਼ਤਮ ਕਰ ਲਵਾਂ। ਉਹ ਇੱਕ ਸੂਰਤ ਹੋ ਸਕਦੀ ਹੈ। ਵਰਨਾ ਜਿਹੜੇ ਬੰਦੇ ਆਪਣੀਆਂ ਜ਼ਰੂਰਤਾਂ ਵਾਸਤੇ ਜਾਇਦਾਦਾਂ ਵੇਚਦੇ ਜੇ, ਉਹਨਾਂ ਦੀਆਂ ਨਾ ਤਾਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਜੇ ਔਰ ਨਾ ਹੀ ਜਾਇਦਾਦ ਬਣਦੀ ਜੇ, ਤੇ ਮੁਕੱਦਰਾਂ 'ਚ ਸਾਰੀ ਜ਼ਿੰਦਗੀ ਕਿਰਾਏ 'ਤੇ ਰੁਲਣਾ ਲਿਖ ਕਰਦਾ ਜੇ। ਤੇ ਦੋਸਤੋ, ਕੀ ਗੱਲ ਮੈਂ ਅਗਰ ਸਹੀ ਕੀਤੀ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਲਾਜ਼ਮੀ ਦੱਸਿਆ ਜੇ ਕਿ ਤੁਹਾਡੀ ਇਹ ਗੱਲ ਪਾਇਦਾਰ ਵੀ ਹੈ ਤੇ ਸਹੀ ਵੀ ਹੈ। ਅਗਰ ਕਿਸੇ ਜਗ੍ਹਾ 'ਤੇ ਕੋਈ ਗੱਲ ਗਲਤ ਹੋਈ ਹੈ ਤੇ ਉਹ ਵੀ ਕਮੈਂਟ ਵਿੱਚ ਦੱਸਿਆ ਜੇ ਜ਼ਰੂਰ ਕਿ ਤੁਸੀਂ ਇਸ ਜਗ੍ਹਾ 'ਤੇ ਗੱਲ ਗਲਤ ਕੀਤੀ ਹੈ ਔਰ ਮੇਰੇ ਤਜਰਬੇ ਦੇ ਵਿੱਚ ਆਇਆ ਹੈ ਕਿ ਇਸ ਤਰ੍ਹਾਂ ਨਹੀਂ ਹੁੰਦਾ। ਦੋਸਤੋ, ਅੱਜ ਲਈ ਇੰਨਾ ਹੀ। ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਰੱਬ ਰਾਖਾ। ਔਰ ਕਮੈਂਟ ਵਿੱਚ ਇਹ ਜ਼ਰੂਰ ਦੱਸਿਆ ਜੇ ਕਿ ਗੱਲਾਂ ਗਲਤ ਹੋਈਆਂ ਨੇ ਜਾਂ ਸਹੀ ਹੋਈਆਂ ਨੇ।